ਸਾਡੇ ਮੁੱਦਾ USA ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹੋਏ ਹਾਂ ਕੈਲੀਫੋਰਨੀਆ ਟਰੱਕਿੰਗ ਸ਼ੋਅ ਦੇ ਵਿੱਚ, ਜਿਹੜਾ ਕਿ ਕੈਲੀਫੋਰਨੀਆ ਸੂਬੇ ਦੇ ਅੰਟਾਰੀਓ ਸ਼ਹਿਰ ਦੇ ਵਿੱਚ ਹਰ ਸਾਲ ਲਗਾਇਆ ਜਾਂਦਾ ਹੈ। ਕਾਫੀ ਵੱਡਾ ਸ਼ੋਅ ਹੁੰਦਾ ਹੈ, ਬੜੀ ਵੱਡੀ ਗਿਣਤੀ 'ਚ ਇੱਥੇ ਵੈਂਡਰਸ ਜਿਹੜੇ ਆ ਟਰੱਕਿੰਗ ਕੰਪਨੀਆਂ ਨਾਲ ਜੁੜੇ ਹੋਏ, ਚਾਹੇ ਉਹ ਇੰਸ਼ੋਰੈਂਸ ਕੰਪਨੀ ਹੋਣ, ਚਾਹੇ ਮੈਨੂਫੈਕਚਰ ਹੋਣ, ਚਾਹੇ ਜਿਹੜੇ ਡਿਸਪੈਚ ਸੌਫਟਵੇਅਰ ਲੈ ਕੇ ਹੋਣ, ELD ਹੋਣ, ਮਤਲਬ ਕਿਸੇ ਵੀ ਤਰ੍ਹਾਂ ਦੀ ਟਰੱਕਿੰਗ ਕਾਰੋਬਾਰ ਨਾਲ ਜੁੜੇ ਜਿਹੜੇ ਲੋਕ ਨੇ, ਉਹ ਵੈਂਡਰਸ ਇੱਥੇ ਆ ਕੇ ਆਪਣੇ ਸਟਾਲ ਲਗਾਉਂਦੇ ਨੇ, ਆਪਣੇ ਪ੍ਰੋਡਕਟ ਡਿਸਪਲੇ ਕਰਦੇ ਨੇ। ਇਸ ਤੋਂ ਇਲਾਵਾ ਬੜੀ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਆ ਟਰੱਕਿੰਗ ਕਾਰੋਬਾਰ ਨਾਲ ਜੁੜੇ, ਉਹ ਇਹਨੂੰ ਵਿਜ਼ਿਟ ਕਰਦੇ ਨੇ ਤਾਂ ਕਿ ਉਹਨਾਂ ਨੂੰ ਨਵੀਂ ਤਕਨੀਕਾਂ ਬਾਰੇ ਪਤਾ ਚੱਲੇ। ਔਰ ਅੱਜ ਜਿਹੜੀ ਅਸੀਂ ਚਰਚਾ ਲੈ ਕੇ ਆਏ ਹਾਂ, ਕਿਉਂਕਿ ਅਸੀਂ ਟਰੱਕਿੰਗ ਸ਼ੋਅ ਦੇ ਵਿੱਚ ਆਏ ਹੋਏ ਸੀ, ਇਸ ਕਰਕੇ ਥੋੜ੍ਹਾ ਦਿਮਾਗ 'ਚ ਆਇਆ ਕਿ ਕਿਉਂਕਿ ਹੁਣ ਟਰੱਕਿੰਗ ਇੰਡਸਟਰੀ ਵਿੱਚ ਟ੍ਰੈਂਡ ਚੇਂਜ ਹੋ ਰਹੇ ਨੇ, ਟਰੱਕਿੰਗ ਕਾਰੋਬਾਰ ਚੇਂਜ ਹੋ ਰਿਹਾ, ਹੌਲੀ ਹੌਲੀ ਉਹਦਾ ਸਿਨਾਰੀਓ ਬਦਲ ਰਿਹਾ ਹੈਗਾ। ਇਹ ਕੀ ਚੇਂਜਸ ਹੈਗੀਆਂ ਔਰ ਆਉਣ ਵਾਲੇ ਸਮੇਂ 'ਚ ਕਿੱਦਾਂ ਦਾ ਟਰੱਕਿੰਗ ਕਾਰੋਬਾਰ ਦਿਖ ਸਕਦਾ ਹੈ, ਇਹਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਰਜਿੰਦਰ ਸਿੰਘ ਜੀ ਨੇ, ਜਿਹੜੇ ਕਿ ਪਿਛਲੇ ਲੰਬੇ ਅਰਸੇ ਤੋਂ ਟਰੱਕਿੰਗ ਕਾਰੋਬਾਰ ਨਾਲ ਜੁੜੇ ਹੋਏ ਨੇ। ਈਵਨ ਜਿਹੜਾ ਕੋਈ ਨਵਾਂ ਟਰੱਕਿੰਗ ਕੰਪਨੀ ਕੋਈ ਖੋਲ੍ਹਣਾ ਚਾਹੁੰਦਾ, ਉਹਨੂੰ ਵੀ ਇਹ ਰਾਏ ਦਿੰਦੇ ਨੇ, ਉਹਨੂੰ ਮਸ਼ਵਰਾ ਦਿੰਦੇ ਨੇ, ਸਲਾਹ ਦਿੰਦੇ ਨੇ। ਰਜਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ PTC ਦੇ ਵਿੱਚ। ਸ਼ੁਕਰੀਆ ਤੁਹਾਡਾ ਔਰ ਤੁਹਾਡੀ ਸਾਰੀ ਟੀਮ ਦਾ ਔਰ PTC ਚੈਨਲ ਦਾ ਬਹੁਤ ਬਹੁਤ ਸਵਾਗਤ। ਰਜਿੰਦਰ ਜੀ, ਜਿੱਦਾਂ ਕਿ ਟਰੱਕਿੰਗ ਆਪਾਂ ਟਰੱਕਿੰਗ ਸ਼ੋਅ ਦੇ ਵਿੱਚ ਆ ਜੀ, ਤੁਸੀਂ ਬੜੇ ਲੰਬੇ ਅਰਸੇ ਤੋਂ ਟਰੱਕਿੰਗ ਕਾਰੋਬਾਰ ਨਾਲ ਜੁੜੇ ਹੋਏ ਹੋ ਜੀ। ਕੀ ਲੱਗਦਾ ਹੈ ਕਿ ਟਰੱਕਿੰਗ ਕਾਰੋਬਾਰ ਦੇ ਵਿੱਚ ਟ੍ਰੈਂਡ ਕਿੱਦਾਂ ਦੇ ਚੇਂਜ ਹੋ ਰਹੇ ਨੇ? ਦੇਖੋ ਸੰਜੀਵ ਜੀ, ਗੱਲ ਹੈਗੀ ਇਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਗਵਰਨਮੈਂਟ ਪਾਲਿਸੀਜ਼ ਹੈਗੀਆਂ, ਉਹ ਟਰੱਕਿੰਗ ਨੂੰ ਇੱਕ ਪਾਸੇ ਵੱਲ, ਇੱਕ ਖਾਸ ਦਿਸ਼ਾ ਵੱਲ ਲੈ ਕੇ ਜਾ ਰਹੀਆਂ। ਕਾਰਨ ਕੀ ਹੈ ਕਿ ਪਿਛਲੇ ਕੁਝ 20 ਕੁ ਸਾਲ ਤੋਂ ਸਾਡੀ ਜਿਹੜੀ ਟਰੱਕਿੰਗ ਇੰਡਸਟਰੀ ਹੈ, ਉਹਦੇ ਵਿੱਚ 20 ਸਾਲ ਪਹਿਲਾਂ ਵੱਡੀ ਟਰੱਕਿੰਗ ਇੰਡਸਟਰੀ ਜਿਹੜੀ ਹੈ, ਵੱਡੀਆਂ ਕੰਪਨੀ ਜਿਹੜੀਆਂ ਆ, ਉਹ ਜ਼ਿਆਦਾਤਰ ਹੋਂਦ ਵਿੱਚ ਸਨ। ਜਿਹੜੇ ਸਿੰਗਲ ਓਨਰ ਆਪਰੇਟਰ ਸਨ, ਉਹ ਆਪਣਾ ਜਿਹੜਾ ਟਰੱਕ ਆ ਉਹ ਜ਼ਿਆਦਾ ਲੀਜ਼ ਕਰਕੇ ਕੰਪਨੀਆਂ ਨਾਲ ਚਲਾਉਂਦੇ ਸਨ। ਪਰ ਪਿਛਲੇ 20 ਸਾਲ ਤੋਂ 22 ਸਾਲ ਤੋਂ ਜਿਹੜਾ ਟ੍ਰੈਂਡ ਹੈ, ਉਹ ਚੱਲ ਗਿਆ ਕਿ ਲੋਕਾਂ ਨੇ ਆਪਣੀਆਂ ਕੰਪਨੀਆਂ ਖੋਲ੍ਹਣੀਆਂ ਸਟਾਰਟ ਕੀਤੀਆਂ, ਜਿਹ 'ਚ 5-10 ਟਰੱਕਾਂ ਵਾਲੀਆਂ, 15-20 ਟਰੱਕਾਂ ਵਾਲੀਆਂ ਜਿਹੜੀਆਂ ਛੋਟੀਆਂ ਕੰਪਨੀ ਸੀਗੀਆਂ, ਉਹਨਾਂ ਦੀ ਬਹੁਤਾਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੱਧ ਗਈ। ਪਰ ਉਹਦਾ ਨੁਕਸਾਨ ਕੀ ਹੋਇਆ ਕਿ ਰੋਡ ਦੇ ਉੱਤੇ ਜਿਹੜੀਆਂ ਛੋਟੀਆਂ ਕੰਪਨੀ ਸੀਗੀਆਂ, ਉਹਨਾਂ ਦੇ ਕੋਲ ਸੇਫਟੀ ਦਾ ਕੋਈ ਵੱਡਾ ਜੁਗਾੜ ਨਹੀਂ ਸੀ, ਉਹਨਾਂ ਕੋਲ ਸੇਫਟੀ ਮੈਨੇਜਰ ਨਹੀਂ ਸਨ, ਉਹਨਾਂ ਦੇ ਕੋਲ ਸੇਫਟੀ ਨੂੰ ਪ੍ਰੋਕਿਓਰ ਕਰਨ ਵਾਸਤੇ ਕਿਸੇ ਵੀ ਕਿਸਮ ਦਾ ਕੋਈ ਬਹੁਤ ਵਧੀਆ ਜਿਹੜਾ ਸਿਸਟਮ ਨਾ ਹੋਣ ਕਰਕੇ, ਤੇ ਉਹਨਾਂ ਨੇ ਰੋਡ ਦੇ ਉੱਤੇ ਐਕਸੀਡੈਂਟ ਜਿਹੜਾ ਆ ਉਹ ਬਹੁਤ ਜ਼ਿਆਦਾ ਸ਼ੁਰੂ ਕਰਤਾ। ਬੈਕਗਰਾਊਂਡ ਚੈੱਕ ਨਹੀਂ ਸੀ ਪ੍ਰੋਪਰ ਹੁੰਦੀ, ਡਰਾਈਵਰ ਜਿਹੜੇ ਪ੍ਰੋਪਰ ਹਾਇਰ ਨਹੀਂ ਸੀ ਕੀਤੇ ਜਾਂਦੇ। ਸੋ ਉਹਦੇ ਨਾਲ ਵਰਕਰ ਕੰਪਨਸੇਸ਼ਨ ਵਾਲੇ ਅਗਰ ਵਿਊ ਤੋਂ ਦੇਖੀਏ, ਪ੍ਰੋਪਰ ਵਰਕਰ ਕੰਪਨਸੇਸ਼ਨ ਨਹੀਂ ਸੀ ਦਿੱਤੀ ਜਾਂਦੀ, ਲਾਈਫ ਇੰਸ਼ੋਰੈਂਸ ਨਹੀਂ ਸੀ ਡਰਾਈਵਰ ਨੂੰ ਦਿੱਤੀ ਜਾਂਦੀ। ਸੋ ਉਹਦੇ ਨਾਲ ਕੀ ਹੋਇਆ ਕਿ ਇੱਕ ਬਹੁਤ ਵੱਡਾ ਨੁਕਸਾਨ ਰੋਡ ਦੇ ਉੱਤੇ ਡਰਾਈਵਰਸ ਦਾ ਐਕਸੀਡੈਂਟ ਹੋਣਾ ਸ਼ੁਰੂ ਹੋ ਗਿਆ। ਉਹਦੇ ਨਾਲ ਜਿਹੜੀ ਫੈਡਰਲ ਮੋਟਰ ਕੈਰੀਅਰ, ਜਿਹੜੀ ਸਾਡੀ ਇੱਥੇ ਫੈਡਰਲ ਗੌਰਮੈਂਟ ਦਾ ਜਿਹੜਾ ਯੂਨਿਟ ਹੈਗਾ, ਜਿਹੜਾ ਟਰਾਂਸਪੋਰਟੇਸ਼ਨ ਨੂੰ ਸੰਭਾਲਦਾ, ਉਹਨਾਂ ਦਾ ਹੁਣ ਜਿਹੜਾ ਟ੍ਰੈਂਡ ਹੈ, ਹਾਲਾਂਕਿ ਓਪਨਲੀ ਨਹੀਂ ਗੱਲ ਕਹੀ ਜਾ ਰਹੀ, ਪਰ ਜੇ ਟ੍ਰੈਂਡ ਨੂੰ ਅਸੀਂ ਅਗਰ ਦੇਖਦੇ ਹਾਂ ਤਾਂ ਉਹ ਟ੍ਰੈਂਡ ਇਹ ਹੋ ਰਿਹਾ ਕਿ ਉਹ ਚਾਹੁੰਦੇ ਆ ਕਿ ਵਾਪਸ ਟਰੱਕਿੰਗ ਜਿਹੜੀ ਹੈ ਉਹ 200, 400, 500, 1000 ਟਰੱਕਿੰਗ ਕੰਪਨੀਆਂ, 5000 ਟਰੱਕਿੰਗ ਕੰਪਨੀਆਂ ਵਾਲੇ ਮਾਲਕ ਹੋਣ। ਜਿਹੜੇ 10, 15, 20, 5 ਟਰੱਕਾਂ ਵਾਲੇ ਲੋਕ ਆ, ਇਹ ਇਹਨਾਂ 'ਚੋਂ ਐਲੀਮੀਨੇਟ ਹੋਣ। ਸਿੰਗਲ ਟਰੱਕ ਜਿਹੜਾ ਆ ਉਹ ਲੋਕ ਵੱਡੀਆਂ ਕੰਪਨੀਆਂ ਨੂੰ ਲੀਜ਼ ਕਰਕੇ ਉਹਨਾਂ ਦੇ ਨਾਲ ਚਲਾਉਣ। ਸੋ ਜਿਹੜਾ ਟ੍ਰੈਂਡ ਹੈ ਜਾਂ ਉਹਨਾਂ ਦੀ ਡਰਾਈਵਿੰਗ ਕਰਨ, ਸੋ ਟ੍ਰੈਂਡ ਚੇਂਜ ਹੋ ਰਿਹਾ। ਟ੍ਰੈਂਡ ਤਾਂ ਇਦਾਂ ਵੀ ਚੇਂਜ ਹੋਇਆ ਵੀ ਪਹਿਲਾਂ ਜੋ ਟਰੱਕਿੰਗ ਇੰਡਸਟਰੀ ਜਿਹਨੂੰ ਦੇਖ ਕੇ ਸਾਡਾ ਖਾਸ ਕਰਕੇ ਜੇ ਆਪਾਂ ਪੰਜਾਬੀ ਭਾਈਚਾਰਾ, ਬਿਲਕੁਲ ਖਾਸ ਕਰਕੇ ਉਹ ਤਾਂ ਆਇਆ ਸੀ ਕਿਉਂਕਿ ਬੜਾ ਲਾਹੇਵੰਦ ਸੀਗਾ ਪਹਿਲਾਂ ਜੀ। ਕਾਰਨ ਸੀਗਾ ਵੀ ਇੰਸ਼ੋਰੈਂਸ ਵੀ ਘੱਟ ਹੁੰਦੀ ਸੀ ਜੀ, ਇਕਵਿਪਮੈਂਟ ਦਾ ਰੇਟ ਵੀ ਘੱਟ ਹੁੰਦਾ ਸੀ, ਲੋਡ ਦਾ ਪ੍ਰੋਪਰ ਰੇਟ ਮਿਲ ਜਾਂਦਾ ਸੀ, ਉਹਨੂੰ ਇੱਕ ਗੇੜਾ ਲਾਉਣ 'ਚ ਪ੍ਰੋਫਿਟ ਸਾਹਮਣੇ ਆ ਜਾਂਦਾ ਸੀ। ਬਿਲਕੁਲ। ਲੇਕਿਨ ਹੌਲੀ ਹੌਲੀ ਜਿਹੜੀ ਤੁਸੀਂ ਮੈਨੂੰ ਗੱਲ ਦੱਸੀ ਆ ਵੀ ਸੁਰੱਖਿਆ ਨੂੰ ਲੈ ਕੇ ਕਾਫੀ ਕੁਤਾਹੀਆਂ ਵਰਤੀਆਂ ਗਈਆਂ, ਐਕਸੀਡੈਂਟ ਕਾਫੀ ਹੋਏ, ਉਹਦੇ ਕਰਕੇ ਇੰਸ਼ੋਰੈਂਸ ਜਿਹੜੀ ਸੀ, ਹਾਂ, ਉਹ ਮੇਰੇ ਖਿਆਲ ਇੰਸ਼ੋਰੈਂਸ ਕੰਪਨੀਆਂ ਕਿੰਨੀ ਬੂਸਟ ਹੋ ਗਈ। ਬਿਲਕੁਲ। ਉਹਦੇ ਨਾਲ ਦੇਖੋ ਇੱਕ ਨੁਕਸਾਨ ਹੋਇਆ ਕਿ ਜਿਹੜੀ ਇੰਸ਼ੋਰੈਂਸ ਨਾਰਮਲੀ ਅੱਜ ਤੋਂ 10 ਸਾਲ ਪਹਿਲਾਂ ਜਾਂ 8 ਸਾਲ ਪਹਿਲਾਂ $700-800 ਪਰ ਟਰੱਕ ਦੀ ਮਿਲਦੀ ਸੀ, ਇੱਕ ਤਾਂ ਉਹ ਇੰਸ਼ੋਰੈਂਸ ਜਿਹੜੀ ਹੁਣ ਇਸ ਵੇਲੇ 2000 ਤੋਂ ਲੈ ਕੇ 2500 ਤੋਂ ਲੈ ਕੇ $3000 ਤੱਕ ਵੀ ਮਹੀਨਾ ਪਹੁੰਚ ਚੁੱਕੀ ਆ। ਬਿਲਕੁਲ। ਦੂਜਾ ਇਕਵਿਪਮੈਂਟ ਜਿਹੜਾ ਆ, ਨਵੇਂ ਲਾਅ ਆਉਣ ਕਰਕੇ, ਖਾਸ ਜਿਹੜਾ ਕਾਰਬ ਦਾ ਨਵਾਂ ਲਾਅ ਆਇਆ ਕੈਲੀਫੋਰਨੀਆ ਵਿੱਚ 2007 ਦੇ ਵਿੱਚ, ਉਹਦੇ ਨਾਲ ਜਦੋਂ DPF ਔਰ ਡੈਫ ਲੱਗਣੇ ਸ਼ੁਰੂ ਹੋਏ ਤਾਂ ਉਹਦਾ ਨੁਕਸਾਨ ਸਭ ਤੋਂ ਵੱਡਾ ਕੀ ਹੈ ਕਿ ਟਰੱਕਾਂ ਦੀ ਕੀਮਤ ਜਿਹੜੀ ਹੈ ਉਹ ਬਹੁਤ ਵੱਧ ਗਈ। ਪੁਰਾਣੇ ਟਰੱਕ ਜਿਹੜੇ ਆ ਉਹ ਚੱਲਣੇ ਘਟ ਗਏ। ਅੱਗੇ ਟਰੱਕ ਜਿਹੜਾ ਨਾਰਮਲੀ 1.5 ਮਿਲੀਅਨ ਤੱਕ ਚੱਲ ਜਾਂਦਾ ਸੀ, ਹੁਣ ਜਿਹੜਾ ਨਵਾਂ ਟਰੱਕ ਹੈ ਉਹਦੀ ਜਿਹੜੀ ਲਾਈਫ ਹੈ ਉਹ 7-8 ਲੱਖ ਤੋਂ ਵੱਧ ਨਹੀਂ ਰਹਿੰਦੀ। ਸੋ ਇੱਕ ਤਾਂ ਟਰੱਕਾਂ ਦੀ ਲਾਈਫ ਜਿਹੜੀ ਆ ਉਹ ਅੱਧੀ ਰਹਿ ਗਈ, ਲਾਈਫ ਸਪੈਨ ਘਟ ਗਿਆ। ਉਦੋਂ
ਕਿ ਜਿਹੜਾ ਟਰੱਕ ਅੱਗੇ 1.25 ਲੱਖ ਦਾ ਮਿਲਦਾ ਸੀ ਉਹ ਪਿਛਲੇ 2 ਸਾਲ ਦੇ ਵਿੱਚ 1,90,95,000 ਨੂੰ 2 ਲੱਖ ਨੂੰ ਪਹੁੰਚ ਗਿਆ। ਸੋ ਪ੍ਰਾਈਸ ਟਰੱਕਾਂ ਦੀ ਦੁੱਗਣੀ ਹੋ ਗਈ। ਫਿਊਲ ਜਿਹੜਾ ਆ ਉਹ $3-4 ਤੋਂ $3.5 ਤੋਂ ਇਸ ਵੇਲੇ 6-6.5 ਡਾਲਰ ਪਹੁੰਚ ਗਿਆ। ਜਿਹੜਾ ਇਸ ਵੇਲੇ ਦੇ ਫਿਊਲ ਦੀ ਆਪਾਂ ਗੱਲ ਕਰਦੇ ਹਾਂ, ਜੇ ਇਸ ਵੇਲੇ ਦੀ ਟਰੱਕਿੰਗ ਦੀ ਆਪਾਂ ਕਾਰੋਬਾਰ ਦੀ ਗੱਲ ਕਰੀਏ ਇਸ ਵੇਲੇ ਅੱਜ ਦੀ ਗੱਲ ਅਗਰ ਅੱਜ ਦੀ ਗੱਲ ਕਰਨੀ ਆ ਟਰੱਕਿੰਗ ਘਾਟੇ ਜਾ ਰਹੀ ਅੱਜ ਅਗਰ ਗੱਲ 2 ਮਹੀਨੇ ਪਹਿਲਾਂ ਦੀ ਗੱਲ ਹੋ ਰਿਹਾ ਉਹ ਵੀ ਐਟ ਪਾਰ ਹੀ ਸੀਗਾ। ਪਰ ਅੱਜ ਜਿਹੜਾ ਟਰੱਕਰ ਆ ਉਹ ਚੋਂ ਮੈਂ ਸਮਝਦਾ 70% ਟਰੱਕਰ ਜਿਹੜੇ ਆ ਉਹ ਜੇਬ ਚੋਂ ਪੈਸਾ ਪਾ ਰਹੇ ਆ। ਕਿਉਂਕਿ ਮੇਰੇ 2-3 ਟਰੱਕਰ ਜਿਹੜੇ ਹੈਗੇ ਓਨਰ ਆਪਰੇਟਰ ਨੇ, ਉਹਨਾਂ ਨਾਲ ਮੇਰੀ ਗੱਲ ਹੋਈ ਆ। ਉਹ ਮੇਰੇ ਨਾਲ ਆ ਕੇ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿੱਧਰ ਜਾ ਕੇ ਆਏ, ਕਹਿੰਦੇ ਈਸਟ ਗਏ ਸੀ ਜੀ, ਤੇ ਲੋਡ ਦੇ ਕਹਿੰਦਾ ਰੇਟ ਉਹੀ ਆ, ਲੋਡ ਦੇ ਰੇਟ ਨਹੀਂ ਵਧੇ ਬਿਲਕੁਲ, ਲੇਕਿਨ ਡੀਜ਼ਲ ਦਾ ਰੇਟ $7 ਨੂੰ ਜਾ ਲੱਗਿਆ, ਲਗਭਗ $1 ਪਰ ਮਾਈਲ ਪੈਂਦਾ। ਉਹ ਕਹਿੰਦਾ ਭਾਜੀ ਮੈਂ $600 ਪੱਲਿਓਂ ਪਾ ਕੇ ਆਇਆ। ਬਿਲਕੁਲ ਠੀਕ, ਕਿੱਥੇ ਤੱਕ ਸੱਚ ਹੈ? ਬਿਲਕੁਲ। ਦੇਖੋ ਹੋ ਸਕਦਾ ਜਿਹੜਾ ਬੰਦਾ ਆਪਣਾ ਟਰੱਕ ਆਪ ਚਲਾ ਰਿਹਾ ਮੇ ਵੀ ਉਹ ਜੇ ਨਾ ਪਾ ਰਿਹਾ ਹੋਵੇ, ਕਿਉਂਕਿ ਉਹਨੂੰ ਉਹਨੂੰ ਡਰਾਈਵਰ ਵਾਲਾ ਦਾ ਹਿੱਸਾ ਪਿਆ ਹੀ ਨਹੀਂ। ਅਗਰ ਉਹ ਆਪਣੀ ਡਰਾਈਵਰ ਦੀ ਤਨਖਾਹ ਬਾਹਰ ਕੱਢਦਾ ਹੈ ਤੇ ਫਿਰ ਯੈਸ, ਫਿਰ ਉਹ ਸ਼ਾਇਦ ਪਾ ਰਿਹਾ। ਪਰ ਕਿਉਂਕਿ ਅਸੀਂ ਪੰਜਾਬੀ ਲੋਕ ਜਿਹੜੇ ਆ ਇੰਨੇ ਕੈਲਕੂਲੇਟਡ ਲੋਕ ਨਹੀਂ ਹੈ। ਅਸੀਂ ਪੰਜਾਬ ਵਿੱਚ ਜਦੋਂ ਖੇਤੀ ਕਰਦੇ ਸੀ ਸਾਡੀਆਂ ਕੈਲਕੂਲੇਸ਼ਨ ਇਸ ਤਰ੍ਹਾਂ ਦੀਆਂ ਹੁੰਦੀਆਂ ਸੀ। ਸੋ ਹੁਣ ਟਰੱਕਿੰਗ ਵਿੱਚ ਆਣ ਕੇ ਵੀ ਉਹੋ ਜਿਹੀਆਂ ਕੈਲਕੂਲੇਸ਼ਨ ਹਨ। ਸੋ ਜੇਕਰ ਟਰੱਕਾਂ ਦੀ ਡੈਪਰੀਸ਼ੀਏਸ਼ਨ ਪਾਈ ਜਾਵੇ, ਉਹਨਾਂ ਦੀ 2290 ਉਹਨਾਂ ਦੇ ਪਲੇਟਾਂ ਦੇ ਪੈਸੇ, ਇਫਟਾ, ਅਗਰ ਸਾਰਾ ਕੁਝ ਟੋਟੈਲਿਟੀ ਦੇ ਵਿੱਚ ਦੇਖਿਆ ਜਾਵੇ ਤਾਂ ਹਾਂ ਪਿਛਲੇ 2 ਸਾਲ ਜਿਹੜੇ ਲੱਗੇ ਆ ਉਹ ਐਸੇ ਲੱਗੇ ਆ ਕਿ ਸ਼ਾਇਦ ਟਰੱਕਿੰਗ ਦੀ ਪਿਛਲੀ 50 ਸਾਲ ਦੀ ਹਿਸਟਰੀ ਵਿੱਚ ਵੀ ਇੰਨਾ ਪੈਸਾ ਨਹੀਂ ਬਣਿਆ ਜਿੰਨਾ ਪਿਛਲੇ 2 ਸਾਲ 'ਚ ਬਣਿਆ। ਜਦੋਂ ਕਰੋਨਾ ਕਾਲ ਆਇਆ ਉਦੋਂ ਸਭ ਤੋਂ ਪਹਿਲਾਂ ਡਰ ਬਹੁਤ ਸੀ। ਜੀ ਬਿਲਕੁਲ, ਕਿਉਂਕਿ ਉਹਨੇ ਹਰ ਬਿਜ਼ਨਸ ਨੂੰ ਬਹੁਤ ਬੁਰੀ ਤਰ੍ਹਾਂ ਇੰਪੈਕਟ ਕੀਤਾ, ਬਿਲਕੁਲ ਬਹੁਤ ਬੁਰੀ ਤਰ੍ਹਾਂ ਮਾਰਿਆ ਸੀ। ਜੀ ਲੇਕਿਨ ਇੱਕ ਟਰੱਕਿੰਗ ਕਾਰੋਬਾਰ ਇਹੋ ਜਿਹਾ ਸੀ ਜਿਹੜਾ ਬਹੁਤ ਬੂਸਟ ਹੋਇਆ। ਬਹੁਤ ਬੂਸਟ ਕਿਉਂ ਹੋਇਆ? ਉਹਦੇ ਪਿੱਛੇ ਵੀ ਇਹਨਾਂ ਦੀ ਕੁਰਬਾਨੀ ਸੀ। ਜੇ ਮੈਂ ਵਰਡ ਯੂਜ਼ ਕਰਾਂ ਤਾਂ ਸ਼ਾਇਦ ਮੈਂ ਗਲਤ ਨਹੀਂਗਾ, ਉਹਨਾਂ ਦੀ ਕੁਰਬਾਨੀ ਸੀ। ਫਰੰਟ ਲਾਈਨ ਤੇ ਜਾ ਕੇ ਉਹਨਾਂ ਨੇ ਗਰੋਸਰੀ ਢੋਈ ਆ, ਸਾਡੇ ਘਰ ਦਾ ਜਿਹੜਾ ਜ਼ਰੂਰੀ ਸਮਾਨ ਸੀ ਉਹ ਸਾਡੇ ਘਰਾਂ ਤੱਕ ਪਹੁੰਚਾਇਆ ਵਾ। ਉਹਨੂੰ ਦੇਖਦੇ ਹੋਏ ਉਦੋਂ ਟਰੱਕਿੰਗ ਕਾਰੋਬਾਰ ਉਦੋਂ ਡਾਊਨ ਸੀ, ਲੇਕਿਨ ਕਰੋਨਾ ਕਾਲ ਦੇ ਵਿੱਚ ਉਹਨੂੰ ਇੰਨਾ ਕੁ ਬੂਸਟ ਮਿਲਿਆ। ਇਹ ਵੀ ਕਾਰਨ ਹੋਇਆ ਕਿ ਉਦੋਂ ਲੋਕ ਥੋੜੇ ਪੈਨਿਕ ਹੋ ਗਏ, ਲੋਕਾਂ ਨੇ ਸਟੋਰੇਜ ਕਰਨਾ ਸਮਾਨ ਸ਼ੁਰੂ ਕਰਤਾ। ਜਦੋਂ ਸਟੋਰੇਜ ਵੱਧ ਕਰਨਾ ਸ਼ੁਰੂ ਕੀਤਾ ਲੋਕਾਂ ਨੇ ਬਾਇੰਗ ਵੱਧ ਕਰਤੀ। ਜਦੋਂ ਬਾਇੰਗ ਵੱਧ ਹੋਈ ਤੇ ਸਟੋਰਾਂ ਨੂੰ ਸਮਾਨ ਹੋਰ ਦੀ ਲੋੜ ਪਈ, ਇਸ ਕਰਕੇ ਅੱਛਾ ਇੱਕ ਹੋਰ ਬੜਾ ਵੱਡਾ ਕਾਰਨ ਹੋਇਆ ਕਿ ਜਿਹੜਾ ਨਵਾਂ ਟਰੱਕ ਸੀ ਜਾਂ ਨਵਾਂ ਟ੍ਰੇਲਰ ਹੈ ਉਹ ਇੱਕਦਮ ਫੈਕਟਰੀਆਂ ਬੰਦ ਹੋਣ ਕਰਕੇ ਨਵਾਂ ਟਰੱਕ ਟ੍ਰੇਲਰ ਜਿਹੜਾ ਉਹ ਮਾਰਕੀਟ 'ਚ ਆਉਣੋਂ ਬੰਦ ਹੋਇਆ, ਜਿਹੜਾ ਅੱਜ ਵੀ 40% ਤੋਂ ਵੱਧ ਨਹੀਂ ਆ ਰਿਹਾ। ਟਰੱਕਾਂ ਦੀ ਇੱਕਦਮ ਪਿੱਛੋਂ ਸਪਲਾਈ ਬੰਦ ਹੋਣ ਕਰਕੇ ਜਿਹੜਾ ਡਿਮਾਂਡ ਐਂਡ ਸਪਲਾਈ ਦਾ ਫਾਰਮੂਲਾ ਲਾਗੂ ਹੋਇਆ, ਕਿਉਂਕਿ ਟਰੱਕਾਂ ਦੀ ਸਪਲਾਈ ਜਿਹੜੀ ਆ ਉਹ ਬਿਲਕੁਲ ਜ਼ੀਰੋ ਹੋ ਗਈ ਪਿੱਛੋਂ। ਲੋਕਾਂ ਨੂੰ ਪੁਰਾਣੇ ਟਰੱਕਾਂ ਦੇ ਨਾਲ ਹੀ ਕੰਮ ਕਰਨਾ ਪਿਆ। ਡਿਮਾਂਡ ਜਿਹੜੀ ਆ ਮਾਰਕੀਟ 'ਚ ਉਹ ਬਹੁਤ ਵੱਧ ਗਈ। ਉਹਦੇ ਨਾਲ ਜਿਹੜੇ ਪ੍ਰਾਈਸਿੰਗ ਹੈਗੀ ਆ ਉਹ ਕਰੀਬ 2.5 ਗੁਣਾ, ਜਿਹੜੀ ਕਿ ਆਮ ਨਾਰਮਲੀ $1.5 ਤੋਂ ਲੈ ਕੇ $2 ਪਰ ਮਾਈਲ ਚੱਲਦੀ ਸੀ। ਉਦੋਂ ਤਾਂ ਲੋਡ ਦਾ ਰੇਟ ਵੀ ਬਹੁਤ ਸੀ ਮੈਂ ਉਹਦੀ ਗੱਲ ਕਰਦਾ ਨਾ, ਉਹ ਕਰੀਬ $5 ਪਰ ਮਾਈਲ ਨੂੰ ਚਲਾ ਗਿਆ। ਸੋ ਟਰੱਕਰਸ ਮੇਕ ਟੂ ਮਚ ਮਨੀ ਇਨ ਦੈਟ 2 ਇਅਰਸ। ਉਹ 2 ਸਾਲਾਂ ਦੇ ਵਿੱਚ ਜਿਹੜਾ ਪੈਸਾ ਕਮਾਇਆ ਉਹਦਾ ਨੁਕਸਾਨ ਕੀ ਹੋਇਆ ਕਿ ਟਰੱਕਰਸ ਨੇ ਆਪਣੇ ਖਰਚੇ ਬਹੁਤ ਵਧਾ ਲਏ। ਟਰੱਕਰ ਨੇ ਮਹਿੰਗੇ ਟਰੱਕ, ਇੱਥੋਂ ਤੱਕ ਕਿ ਕੈਲੀਫੋਰਨੀਆ ਵਿੱਚ 2,45,000 ਦਾ ਰੈਕਡ ਕਿ 2,45,000-50,000 ਦਾ ਟਰੱਕ ਜਿਹੜਾ ਉਹ ਵਿਕਿਆ, ਜਿਹਦੀ ਇੰਸ਼ੋਰੈਂਸ ਜਿਹੜੀ ਹੈ ਕਰੀਬ 36,000-40,000 ਸਾਲ ਦੀ। ਮਤਲਬ 3,000 ਇੰਸ਼ੋਰੈਂਸ ਹੋ ਗਈ ਜੀ। ਉਸ ਤੋਂ ਬਾਅਦ 4,000 ਦੇ ਕਰੀਬ ਪੇਮੈਂਟ, ਇੰਸਟਾਲਮੈਂਟ ਲਾ ਲਓ, 4,000 ਦੇ ਕਰੀਬ ਪੇਮੈਂਟ, 7 ਹੋ ਗਏ, 1,000-1,500 ਰੀਫਰ ਦਾ, 9,000 ਹੋ ਗਿਆ ਕਰੀਬ 8 ਤੋਂ ਲੈ ਕੇ 9,000 ਪਹਿਲੀ ਤਰੀਕ ਨੂੰ ਤੁਹਾਡਾ ਜਿਹੜਾ ਆ ਉਹ ਦੇਣਾ ਹੈ। ਸੋ ਹੁਣ ਜਿਹੜਾ ਆ ਉਹ 2 ਸਾਲ ਬੇਸ਼ੱਕ ਅਸੀਂ ਕਮਾਈ ਕੀਤੀ ਹੈ, ਪਰ ਅਗਲੇ ਜਿਹੜੇ ਆਉਣ ਵਾਲੇ 2 ਸਾਲ ਹੈ ਮੈਂ ਮਹਾਰਾਜ ਅਰਦਾਸ ਕਰਦਾ ਕਿ ਇਹ ਸਭ ਠੀਕ ਚੱਲੇ, ਇਦਾਂ ਨਾ ਹੋਵੇ। ਪਰ ਇੱਕ ਨੁਕਸਾਨ ਹੋਰ ਵੱਡਾ ਹੋ ਰਿਹਾ ਜਿਹੜਾ ਮੈਂ ਗੱਲ ਕਹਿਣੀ ਚਾਹੁੰਦਾ ਕਿ ਅੱਜ ਦੀ ਡੇਟ ਡੀਜ਼ਲ ਬਹੁਤ ਮਹਿੰਗਾ ਹੋ ਚੁੱਕਾ ਹੈ, ਟਰੱਕ ਹੋਰ ਮਹਿੰਗੇ ਹੋ ਰਹੇ। ਪਿਛਲੇ ਮਹੀਨੇ ਟਰੱਕ ਜਿਹੜਾ ਨਾਰਮਲ 190 ਦੇ ਆ ਗਿਆ ਸੀ, ਇਸ ਮਹੀਨੇ ਟਰੱਕ ਫਿਰ ਦੁਬਾਰਾ 210 220 ਤੇ ਪਹੁੰਚ ਗਿਆ। ਲੇਕਿਨ ਉਦੋਂ ਇਹਦਾ ਹਾਲਾਤ ਇਹ ਸੀਗੇ ਵੀ ਹੁਣ ਐਂ ਲੱਗ ਰਿਹਾ ਸੀਗਾ ਵੀ ਸ਼ਾਇਦ ਟਰੱਕਾਂ ਦੇ ਪ੍ਰਾਈਸ ਹੁਣ ਡਾਊਨ ਆਣਗੇ, ਕਿਉਂਕਿ ਉਹ ਡੀਜ਼ਲ ਮਾਰਕੀਟ ਡਾਊਨ ਕਰਕੇ। ਪਰ ਉਹਦਾ ਕਾਰਨ ਕੀ ਹੈ? ਜਿਵੇਂ ਦੱਸਿਆ ਕਿ ਅੱਜ ਵੀ ਜਿਹੜਾ ਵੋਲਵੋ ਹੈ ਜਾਂ ਫਰੇਟ ਲਾਈਨਰ ਹੈ ਉਹ 40% ਤੋਂ ਵੱਧ ਆਪਣੀ ਪ੍ਰੋਡਕਸ਼ਨ ਨਹੀਂ ਦੇ ਰਿਹਾ। ਹੁਣ ਅਗਰ ਮਾਰਕੀਟ ਵਿੱਚ 2000 ਟਰੱਕ ਆ ਰਿਹਾ ਸੀ ਉਦੋਂ ਉੱਥੇ 800 ਟਰੱਕ ਆਏਗਾ ਤੇ 1200 ਟਰੱਕ ਜਿਹੜਾ ਡੈਫੀਸ਼ੀਏਟ ਹੋ ਰਿਹਾ।
ਜਦੋਂ ਟਰੱਕ ਡੈਫੀਏਟ ਹੋਣਾ ਹੈ ਤੇ ਟਰੱਕ ਦੀ ਜਿਹੜੀ ਡਿਮਾਂਡ ਹੈ ਉਹ ਬੇਸ਼ੱਕ ਵਧੇ ਨਾ ਵਧੇ, ਪਰ ਇੱਕ ਮਿਨੀਮਮ ਟਰੱਕ ਜਿਹੜੇ ਮਾਰਕੀਟ 'ਚ ਆਉਣੇ ਜ਼ਰੂਰੀ ਹੈ। ਜਦੋਂ ਉਹ ਨਹੀਂ ਆਉਣਗੇ ਤਾਂ ਟਰੱਕਾਂ ਦੀ ਪ੍ਰਾਈਸ ਵਧਣੀ ਹੈ। ਲੋਡ ਦੀ ਪ੍ਰਾਈਸ ਵਧੇ ਜਾਂ ਨਾ ਵਧੇ, ਇਕਵਿਪਮੈਂਟ ਦੀ ਪ੍ਰਾਈਸ ਕਿਉਂਕਿ ਗਵਰਨਮੈਂਟ ਲੋਕਾਂ ਨੂੰ ਨਵਾਂ ਚਾਹੀਦਾ। ਇੱਕ ਵੇਲਾ ਹੋ ਗਿਆ ਸੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਇਸੇ ਤਰ੍ਹਾਂ ਚਰਚਾ ਜਾਰੀ ਰੱਖਾਂਗੇ। ਅੱਗੇ ਚਰਚਾ ਕਰਾਂਗੇ ਕਿ ਹੋਰ ਇਕਵਿਪਮੈਂਟ ਦੇ ਵਿੱਚ ਕਿਸ ਤਰ੍ਹਾਂ ਦੀਆਂ ਚੇਂਜਸ ਆਉਣ ਦੀ ਸੰਭਾਵਨਾ ਹੈ। ਕਿਤੇ ਜਾਈਓ ਨਾ, ਹੁਣੀ ਹਾਜ਼ਰ ਹੁੰਦੇ ਆ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਚਰਚਾ ਚੱਲ ਰਹੀ ਸੀ ਟਰੱਕਿੰਗ ਇੰਡਸਟਰੀ ਦੇ ਜਿਹੜੇ ਟ੍ਰੈਂਡਸ ਚੇਂਜ ਹੋ ਰਹੇ ਨੇ, ਕਾਰੋਬਾਰ 'ਚ ਜਿਹੜੇ ਚੇਂਜਸ ਆ ਰਹੀਆਂ ਨੇ, ਉਹਦੇ ਬਾਰੇ ਗੱਲਬਾਤ ਚੱਲ ਰਹੀ ਸੀ। ਰਜਿੰਦਰ ਸਿੰਘ ਜੀ ਸਾਡੇ ਨਾਲ ਨੇ। ਰਜਿੰਦਰ ਜੀ, ਇਹ ਜਿੱਦਾਂ ਦੇ ਇਸ ਵੇਲੇ ਹਾਲਾਤ ਚੱਲ ਰਹੇ ਨੇ, ਜਿੱਦਾਂ ਕਿ ਫਿਊਲ ਪ੍ਰਾਈਸ ਜਿਹੜਾ $1 ਪਰ ਮਾਈਲ ਕਾਸਟ ਕਰ ਰਿਹਾ ਟਰੱਕਰ ਨੂੰ, ਬਿਲਕੁਲ ਇਹੋ ਜਿਹੇ ਵਿੱਚ 12 ਖਾਣਾ ਬਹੁਤ ਔਖਾ ਵਾ। ਬਿਲਕੁਲ ਇਹੋ ਜਿਹੇ ਹਾਲਾਤਾਂ ਦੇ ਵਿੱਚ ਸੁਧਾਰ ਹੋਣ ਦੀ ਕੀ ਉਮੀਦ ਹੈਗੀ? ਕਿਉਂਕਿ ਇੰਨੀ ਵੱਡੀ ਇੰਡਸਟਰੀ ਆ, ਇਹਨੂੰ ਰੀੜ ਦੀ ਹੱਡੀ ਕਿਹਾ ਜਾਂਦਾ ਅਮਰੀਕਾ ਦੀ, ਜੇ ਇਕਨੋਮੀ ਨੂੰ ਸਟੈਂਡ ਕਰਨ ਵਾਸਤੇ। ਤੇ ਜੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਜੇ ਹੌਲੀ ਹੌਲੀ ਇਹੀ ਹਾਲ ਹੋਇਆ, ਛੋਟੇ ਟਰੱਕਰ ਤਾਂ ਖਤਮ ਹੋ ਜਾਣਗੇ, ਹਨਾ? ਔਰ ਇਹਦੇ ਸੁਧਾਰ ਦੀ ਉਮੀਦ ਕੀ ਹੈਗੀ ਹੈ? ਦੇਖੋ, ਮੈਨੂੰ ਲੱਗਦਾ ਕਿ ਅਗਲੇ 2 ਸਾਲ ਜਿਹੜੇ ਆ ਉਹ ਸੁਧਾਰ ਦੇ ਚਾਂਸ ਬਹੁਤ ਘੱਟ ਹੈ। ਉਹਦਾ ਕਾਰਨ ਇਹ ਹੈ ਕਿ ਬਹੁਤ ਜ਼ਿਆਦਾ ਮਹਿੰਗਾ ਇਕਵਿਪਮੈਂਟ ਜਿਹੜਾ ਆ ਉਹ ਜਿਹੜਾ ਖਾਸ ਕਰਕੇ ਛੋਟਾ ਓਨਰ ਆਪਰੇਟਰ ਹੈ ਜਾਂ ਜਿਹੜੀਆਂ ਛੋਟੀਆਂ ਕੰਪਨੀਆਂ ਹੈ ਜਿਨ੍ਹਾਂ ਕੋਲ ਡਾਇਰੈਕਟ ਸ਼ਿਪਰਸ ਤੋਂ ਲੋਡ ਨਹੀਂ ਹਨ ਜਾਂ ਜਿਨ੍ਹਾਂ ਕੋਲ ਕੋਈ ਚੰਗੇ ਕੰਟਰੈਕਟ ਨਹੀਂ ਹਨ, ਉਹਨਾਂ ਦੇ ਕੋਲੋਂ ਅੱਜ ਦਾ ਜੋ ਰੇਟ ਹੈ ਪਰ ਮਾਈਲੇਜ, ਉਹਦੇ ਹਿਸਾਬ ਦੇ ਨਾਲ ਇੱਕ ਲਿਮਟ ਤੋਂ ਬਾਅਦ ਜਿਹੜਾ ਟਰੱਕ ਅਫੋਰਡ ਕਰਨਾ ਉਹ ਔਖਾ ਹੋ ਜਾਣਾ। ਔਰ ਉਹਨੂੰ ਉਹ ਟਰੱਕ ਜਿਹੜਾ ਬੈਂਕ ਨੂੰ ਛੱਡਣਾ ਪਏਗਾ ਔਰ ਆਪ ਡਰਾਈਵਿੰਗ ਕਰਨੀ ਪਏਗੀ। ਜਦੋਂ ਉਹ ਟਰੱਕ ਮਾਰਕੀਟ ਦੇ ਵਿੱਚ ਵਾਪਸ ਯੂਜ਼ਡ ਟਰੱਕ ਆਉਣਾ, ਜਦੋਂ ਇਨਵੈਂਟਰੀ ਵਧਣੀ ਹੈ ਤੇ ਉਹਦੇ ਨਾਲ ਟਰੱਕ ਦੀ ਜਿਹੜੀ ਯੂਜ਼ਡ ਟਰੱਕ ਹੈ ਉਹਦੀ ਪ੍ਰਾਈਸ ਦੇ ਬਹੁਤ ਬੁਰੀ ਤਰ੍ਹਾਂ ਡਿੱਗਣ ਦੇ ਚਾਂਸ ਹੈਗੇ ਆ। ਇਦਾਂ ਹੀ ਜਿੱਦਾਂ ਚਿਪ ਦਾ ਜਿਹੜਾ ਮਸਲਾ, ਜਦੋਂ ਚਿਪ ਦਾ ਮਸਲਾ ਸੁਖੱਲਾ ਹੋ ਗਿਆ, ਉਦੋਂ ਨਵੀਂ ਇਨਵੈਂਟਰੀ ਵੀ ਮਾਰਕੀਟ 'ਚ ਆ ਜਾਣੀ ਹੈ। ਕਿਉਂਕਿ ਉਹਦਾ ਕਾਰਨ ਇੱਕ ਹੋਰ ਵੀ ਹੈ, ਜੇਕਰ ਇਸੇ ਤਰ੍ਹਾਂ ਟਰੱਕਿੰਗ ਜਿਹੜੀ ਆ ਡਾਊਨ ਰਹਿੰਦੀ ਆ ਤਾਂ ਬੇਸ਼ੱਕ ਟਰੱਕ ਪਿੱਛੋਂ ਘੱਟ ਵੀ ਬਣ ਰਿਹਾ, ਪਰ ਜਦੋਂ ਅੱਗੇ ਡਿਮਾਂਡ ਬਿਲਕੁਲ ਘਟ ਜਾਣੀ ਹੈ। ਕਿਉਂਕਿ ਵੱਡੇ ਟਰੱਕਰ ਜਿਹੜੇ ਆ, ਅਗਰ ਇਸੇ ਰੇਟ ਜਿਹੜਾ ਅੱਜ ਰੇਟ ਚੱਲ ਰਿਹਾ ਜਾਂ ਕਹਿ ਲਓ ਜਦੋਂ ਨਵੀਂ ਬਿਡ ਸ਼ੁਰੂ ਹੋਣੀ ਹੈ, ਅਗਰ ਅੱਜ ਦੀ ਮਾਰਕੀਟ ਨੂੰ ਮੱਦੇ ਨਜ਼ਰ ਰੱਖਦਿਆਂ ਲੋਕ ਬਿਡ ਕਰਨਗੇ ਤਾਂ ਜਿਹੜੀਆਂ ਇਹ ਬਿਡ ਹੈਗੀਆਂ ਉਹ ਕਾਫੀ ਥੱਲੇ ਜਾਣਗੀਆਂ, ਕਿਉਂਕਿ ਇਸ ਵੇਲੇ ਹਾਲਾਤ ਬਹੁਤੇ ਚੰਗੇ ਨਹੀਂ ਹੈ। ਅਗਰ ਹੁਣ ਦੁਬਾਰਾ ਬਿਡਸ ਹੁੰਦੀਆਂ ਤਾਂ ਅਗਲਾ 1 ਸਾਲ ਜਿਹੜਾ ਆ ਉਹਨਾਂ ਹੀ ਬਿਡਸ 'ਤੇ ਉਹਨਾਂ ਨੂੰ ਕੰਮ ਕਰਨਾ ਪੈਣਾ। ਜਦੋਂ ਉਹਨਾਂ ਬਿਡਸ 'ਤੇ ਕੰਮ ਕਰਨਗੇ ਤਾਂ ਉਹਨਾਂ ਦੇ ਕੋਲ ਵੀ ਇੰਨੀ ਹਿੰਮਤ ਨਹੀਂ ਰਹਿਣੀ ਕਿ ਉਹ 2.5 ਲੱਖ ਦਾ ਟਰੱਕ ਅਫੋਰਡ ਕਰ ਸਕਣ। ਪਿਛਲੇ 2-3-4 ਮਹੀਨੇ 'ਚ ਜਦੋਂ ਟਰੱਕ ਜਿਹੜਾ ਦੁਬਾਰਾ 180-170 ਦੇ ਕਰੀਬ ਆਇਆ, ਪਿਛਲੇ 2-3 ਮਹੀਨੇ ਪਹਿਲਾਂ, ਤੇ ਉਦੋਂ ਫਲੀਟ ਓਨਰਸ ਜਿਹੜੇ ਆ ਉਹਨਾਂ ਨੇ ਬਲਕ ਵਿੱਚ ਟਰੱਕ ਬਾਏ ਕਰਨੇ ਸ਼ੁਰੂ ਕਰ ਦਿੱਤੇ ਸੀ। 10-10, 15-15, 20 ਟਰੱਕ ਲੋਕਾਂ ਨੇ ਚੱਕਣੇ ਸ਼ੁਰੂ ਕਰਤੇ ਸੀ, ਕਿਉਂਕਿ ਇੱਕ ਤਾਂ AV5 ਜਿਹੜਾ ਲਾਅ ਹੈ, ਉਹਨੇ ਬੜਾ ਵੱਡਾ ਇੰਪੈਕਟ ਛੱਡਿਆ ਵਾ। ਉਹਦੇ ਨਾਲ ਇੱਕ ਲੋਕਾਂ ਦੇ ਦਿਮਾਗ 'ਚ ਇੱਕ ਫੋਬੀਆ ਗਿਆ ਜਾਂ ਕਿਸੇ ਹੱਦ ਤੱਕ ਉਹ ਰਿਐਲਿਟੀ ਵੀ ਸੀ ਕਿ ਹੁਣ ਸਾਡੇ ਕੋਲ ਓਨਰ ਆਪਰੇਟਰ ਜਿਹੜੇ ਆ ਉਹ ਨਹੀਂ ਰਹਿਣੇ, ਔਰ ਕਿਸੇ ਹੱਦ ਤੱਕ ਰਹਿ ਵੀ ਨਹੀਂ। ਸੋ ਇੱਕ ਆਦਮੀ ਦੇ ਕੋਲ ਅਗਰ 20 ਟਰੱਕ ਆਪਣੇ ਆ, 25 ਉਹਦੇ ਨਾਲ ਓਨਰ ਆਪਰੇਟਰ ਹੈ, ਤਾਂ ਉਹ 25 ਓਨਰ ਆਪਰੇਟਰ ਹੁਣ ਨਹੀਂ ਰਹਿਣਗੇ, ਜਾਂ ਤਾਂ ਉਹ ਆਪਣੀਆਂ ਕੰਪਨੀਆਂ ਖੋਲਣਗੇ ਜਾਂ ਉਹ ਕੁਝ ਡਰਾਈਵਿੰਗ ਕਰਨਗੇ, ਰਾਈਟ? ਸੋ ਉਹਦੇ ਨਾਲ ਹੁਣ ਜਦੋਂ 25 ਟਰੱਕ ਉਹਦੇ ਘਟਨੇ ਆ ਤਾਂ ਫਲੀਟ ਓਨਰ ਨੇ ਆਪਣੀ ਇਨਵੈਂਟਰੀ ਪ੍ਰੋਕਿਓਰ ਕਰਨ ਵਾਸਤੇ ਆਪਣਾ ਚਾਰਾਜੋਈ ਸ਼ੁਰੂ ਕਰ ਦਿੱਤੀ, ਜਿਹਦੇ ਵਿੱਚ ਉਹਨਾਂ ਨੇ ਟਰੱਕ ਆਪਣੇ ਬਾਏ ਕਰਨੇ ਸ਼ੁਰੂ ਕਰ ਦਿੱਤੇ। ਬਿਲਕੁਲ ਕਰਤੇ। ਪਰ ਸਡਨਲੀ ਉਹਨਾਂ ਦੇ ਟਰੱਕ ਬਾਏ ਕਰਨ ਦੇ ਨਾਲ ਮਾਰਕੀਟ ਦੇ ਵਿੱਚੋਂ ਟਰੱਕ ਫਿਰ ਘਟ ਗਏ। ਮਾਰਕੀਟ ਵਿੱਚ ਟਰੱਕ ਘਟਣ ਕਰਕੇ ਉਹਨਾਂ ਨੇ ਫਿਰ ਦੁਬਾਰਾ ਟਰੱਕੀ ਦੇ ਜਿਹੜੇ ਡੀਲਰਸ ਹੈਗੇ ਆ, ਇਸ ਵੇਲੇ ਜਿਹੜਾ ਪੀਟਰਬਿਲਟ ਆ ਉਹ 2,20,25,000 ਤੋਂ ਘੱਟ ਜਿਹੜਾ ਹੈਗਾ ਤੁਹਾਡਾ ਜਿਹੜਾ ਆਪਣਾ ਫਰੇਟ ਲਾਈਨਰ ਆ ਉਹ 2,25 ਤੋਂ ਘੱਟ, 20-25 ਤੋਂ ਘੱਟ ਨਹੀਂ ਮਿਲ ਰਿਹਾ। ਹੁਣ ਜਦੋਂ ਇੰਨਾ ਮਹਿੰਗਾ ਦੁਬਾਰਾ ਟਰੱਕ 40-45,000 ਮਹਿੰਗਾ ਹੋਇਆ ਤੇ ਫਲੀਟ ਓਨਰ ਹੁਣ ਫਿਰ ਪਿੱਛੇ ਆਪਣਾ ਹੱਥ ਖਿੱਚ ਰਿਹਾ। ਅੱਗੇ ਸਿੰਗਲ ਓਨਰ ਆਪਰੇਟਰ ਜਿਹੜਾ ਉਹਨੂੰ ਮਹਿੰਗਾ ਟਰੱਕ 12 ਖਾਂਦਾ ਸੀ, ਕਿਉਂਕਿ ਉਹ ਡਰਾਈਵਿੰਗ ਉਹਨੂੰ ਬਚਦੀ ਸੀ, ਉਹਨੂੰ 10-20,000 ਵੱਧ ਦੇਣਾ 12 ਖਾਂਦਾ। ਪਰ ਇੱਕ ਫਲੀਟ ਓਨਰ ਨੂੰ ਜਦੋਂ ਉਹਨੇ 20 ਟਰੱਕ ਚੱਕਣੇ ਆ ਤਾਂ ਉਹਨੂੰ 25,000 ਦੇ ਹਿਸਾਬ ਨਾਲ 2.5 ਲੱਖ ਤੇ ਵੱਧ ਦੇਣਾ ਪੈਂਦਾ ਸੀ। ਉਹ ਹੁਣ ਡੇਅਰ ਨਹੀਂ ਕਰੂਗਾ। ਛੋਟਾ ਓਨਰ ਆਪਰੇਟਰ ਜਿਹੜਾ ਉਹ ਇਸ ਕਰਕੇ ਡੇਅਰ ਨਹੀਂ ਕਰੂਗਾ ਕਿ ਮਾਰਕੀਟ ਬਹੁਤ ਸਲੋ ਹੈ। ਅੱਗੇ $4-4.5 ਨੂੰ ਮਿਲ ਜਾਂਦੀ ਸੀ, ਹੁਣ $2 ਨੂੰ ਮਿਲ ਜਾਂਦੀ ਆ। ਸੋ ਉਹਦੇ ਕਰਕੇ ਜਿਹੜੇ ਹੁਣ ਇਹ ਪ੍ਰਾਈਸਾਂ ਟਿਕ ਪਾਉਂਦੀਆਂ ਮਹਿੰਗੀਆਂ ਜਾਂ ਵਾਪਸ ਆਉਂਦੀਆਂ, ਖਾਸ ਕਰਕੇ ਜਦੋਂ ਓਨਰ ਆਪਰੇਟਰ ਜੇ ਅਗਰ ਟਰੱਕ ਛੱਡਦੇ ਆ। ਸਾਡੇ ਨਾਲ MP ਸਿੰਘ ਜੀ ਵੀ ਸਾਡੇ ਨਾਲ ਆ ਗਏ ਨੇ। ਇਹਨਾਂ ਨਾਲ ਇੱਕ MP ਜੀ, ਹੁਣ ਤੁਸੀਂ ਆਏ ਹੋ ਤੇ ਇੱਕ ਸਵਾਲ ਤਾਂ ਟਰੱਕਿੰਗ ਤੇ ਬੰਦ ਆ ਤੁਹਾਡਾ ਵੀ,
ਟਰੱਕਿੰਗ ਤੇ ਬੰਦ ਆ। ਅਸੀਂ ਇੱਥੇ ਪ੍ਰੋਗਰਾਮ ਸਾਡਾ ਮੁੱਦਾ ਚੱਲ ਰਿਹਾ ਸੀ, ਉਹਦੇ 'ਚ ਅਸੀਂ ਇਹ ਕਰ ਰਹੇ ਸੀਗੇ ਵੀ ਜਿਹੜਾ ਅੱਜ ਦੀ ਡੇਟ 'ਚ ਟਰੱਕਿੰਗ ਦੇ ਵਿੱਚ ਟ੍ਰੈਂਡ ਚੇਂਜ ਹੋ ਰਹੇ ਨੇ, ਕੀ ਮਹਿਸੂਸ ਕਰਦੇ ਹੋ ਵੀ ਕਿੱਦਾਂ ਦੇ ਸੁਧਾਰ ਇਹਦੇ 'ਚ ਆਉਣ ਦੀ ਉਮੀਦ ਹੈਗੀ ਹੈ, ਜਾਂ ਇਕਵਿਪਮੈਂਟ 'ਚ ਟ੍ਰੈਂਡ ਕਿੱਦਾਂ ਦੇ ਚੇਂਜ ਹੋਣਗੇ? ਇਕਵਿਪਮੈਂਟ ਜੀ ਦੇਖੋ ਕੀ ਹੁੰਦਾ ਕੀ ਨਹੀਂ ਹੁੰਦਾ, ਬਟ ਮੇਨਲੀ ਤੇ ਮਾਰਕੀਟ ਦੇ ਨਾਲ ਹੈ ਨਾ। ਹਾਂ, ਮਾਰਕੀਟ ਅਪ ਜਾਂਦੀ ਹੈ ਤੇ ਲੋਕੀ ਬੜੇ ਖੁਸ਼ ਹੋ ਜਾਂਦੇ ਨੇ, ਮਾਰਕੀਟ ਡਾਊਨ ਜਾਂਦੀ ਹੈ ਲੋਕੀ ਇੱਕਦਮ ਹੀ ਥੱਲੇ ਡਿੱਗ ਪੈਂਦੇ ਨੇ। ਸੋ ਵੀ ਗਾਟ ਟੂ ਬੈਲੈਂਸ ਇਟ ਆਊਟ, ਹੈ ਨਾ। ਬਿਲਕੁਲ, ਕਿ ਬੜੇ ਆਰਾਮ ਦੇ ਨਾਲ ਚੱਲੋ, ਜਿੰਨੇ ਕਿ ਚਲਾ ਸਕਦੇ ਚਲਾਈ ਜਾਓ। ਜਦੋਂ ਕੰਮ ਚੱਲਦਾ ਬਹੁਤ ਜ਼ਿਆਦਾ ਬਾਏ ਕਰ ਲੈਂਦੇ ਨੇ, ਜਦੋਂ ਕੰਮ ਘਟਦਾ ਡਰ ਲੱਗ ਪੈਂਦੇ ਨੇ। ਅਸੀਂ ਵੀ ਇਹੀ ਗੱਲ ਕਰ ਰਹੇ ਸੀ। So the thing is कि you should be very very balanced. Nothing else. और ਜਿਹੜਾ equipment ਦੇ ਵਿੱਚ ਚੇਂਜਸ ਆ ਰਹੀਆਂ ਨੇ ਕੋਈ ਟੈਕਨੋਲੋਜੀ ਵਿੱਚ? ਟੈਕਨੋਲੋਜੀ 'ਚ ਕਾਫੀ ਚੇਂਜਸ ਆ ਰਹੀਆਂ ਨੇ ਜੀ, ਬਟ ਬੇਸਿਕਲੀ ਟ੍ਰੇਲਰਸ 'ਚ ਤਾਂ ਕੁਝ ਖਾਸ ਨਹੀਂ ਆ ਰਹੀਆਂ। ਟ੍ਰੇਲਰ ਇਜ਼ ਲਾਈਕ ਅ ਟਰਾਲੀ, ਹੈ ਨਾ, ਉਹਦੇ ਵਿੱਚ ਤਾਂ ਕੁਝ ਚੇਂਜ ਨਹੀਂ ਆ ਰਹੀ। ਟਰੱਕਸ 'ਚ ਆ ਰਹੀਆਂ ਨੇ, ਸਿਕਿਉਰਿਟੀ ਫੀਚਰਸ ਆ ਰਹੇ ਨੇ ਕਾਫੀ, ਤੁਹਾਡੇ ਕੈਮਰਾਜ਼ ਯੂਜ਼ ਹੋਣ ਲੱਗ ਪਏ ਨੇ, ਤੁਹਾਡੇ ਕਾਰਗੋ ਸੈਂਸਰ ਯੂਜ਼ ਹੋਣ ਲੱਗ ਪਏ ਨੇ, ਤੁਹਾਡੇ ਥੈਫਟ ਵਾਸਤੇ ਤੁਹਾਡੇ ਕੋਲ ਬਹੁਤ ਅੱਛੀਆਂ ਚੀਜ਼ਾਂ ਆ ਰਹੀਆਂ ਨੇ। ਬਸ ਉਹੀ ਚੇਂਜਸ ਆ ਰਹੀਆਂ ਨੇ ਟਰੱਕਸ ਵਿੱਚ, ਹੋਰ ਤੇ ਕੁਛ ਨਹੀਂ। ਸੋ ਇਹ ਸਾਡੇ ਨਾਲ ਅਚਾਨਕ ਅੱਜ ਮੁਲਾਕਾਤ ਹੋ ਗਈ ਹੈ। ਟਰੱਕ ਇਹਨਾਂ ਦਾ ਕੈਲ ਫਰੇਟ ਦਾ ਅੰਦਰ ਸਟਾਲ ਵੀ, ਕੈਲ ਪਾਰਟਸ ਦਾ ਸਟਾਲ ਵੀ ਲੱਗਾ ਹੋਇਆ ਟਰੱਕਿੰਗ ਸ਼ੋਅ ਦੇ ਵਿੱਚ। ਔਰ ਐਮਪੀ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਆ ਕੇ ਚਰਚਾ ਦੇ ਵਿੱਚ ਜੁਆਇਨ ਕੀਤਾ ਹੈ, ਬਹੁਤ ਵੱਡੀ ਗੱਲ ਹੈ ਸਾਡੇ ਲਈ। ਥੈਂਕ ਯੂ ਜੀ, ਥੈਂਕ ਯੂ। ਇਸੇ ਤਰ੍ਹਾਂ ਚਰਚਾ ਅਸੀਂ ਆਪਣੀ ਜਾਰੀ ਰੱਖਦੇ ਹਾਂ ਜੀ। ਜਿੱਦਾਂ ਕਿ ਜਿੰਦਰ ਜੀ ਗੱਲ ਕਰ ਰਹੇ ਸੀ ਆਪਾਂ, ਜਿੱਦਾਂ ਹੁਣ ਇਹਨਾਂ ਨੇ ਵੀ ਦੱਸਿਆ ਵਾ ਕਿ ਚੇਂਜਸ ਆ ਰਹੀਆਂ ਨੇ, ਉਸ ਤੋਂ ਪਹਿਲਾਂ ਆਪਣੀ ਜਿਹੜੀ ਗੱਲ ਚੱਲ ਰਹੀ ਸੀ ਉਹ ਆਪਾਂ ਇਹ ਕਰਦੇ ਹਾਂ ਕਿ ਕੀ ਤੁਹਾਨੂੰ ਮਹਿਸੂਸ ਹੋ ਰਿਹਾ ਵਾ ਕਿ ਜੇ ਫਿਊਲ ਦੀ ਕਾਸਟ ਜੇ ਘਟਦੀ ਆ ਸਾਡੀ, ਹਾਂਜੀ, ਤੇ ਕੋਈ ਫਰਕ ਪਏਗਾ? ਬਿਲਕੁਲ ਬਿਲਕੁਲ। ਅਗਰ ਪ੍ਰਾਈਸਾਂ ਇੱਥੇ ਟਿਕ ਜਾਂਦੀਆਂ, ਮੈਂ ਇਹ ਗੱਲ ਜ਼ਰੂਰ ਦੁਹਰਾਉਣੀ ਚਾਹੁੰਦਾ ਕਿ ਦੇਖੋ ਕਈ ਵਾਰੀ ਕੀ ਹੁੰਦਾ ਕਿ ਸਾਨੂੰ ਇੰਝ ਲੱਗਦਾ ਕਿ ਮਾਰਕੀਟ ਬਹੁਤ ਡਾਊਨ ਹੈ। ਅਸਲ ਵਿੱਚ ਅਗਰ ਜਦੋਂ ਫਿਊਲ ਪ੍ਰਾਈਸ ਦੇ ਨਾਲ ਕੰਪੇਅਰ ਕਰਦੇ ਹਾਂ ਤਾਂ ਜਿਹੜੀ ਸਾਡੀ ਪ੍ਰੋਫਿਟੇਬਿਲਟੀ ਆ ਉਹ ਜਦੋਂ ਉਹ ਘਟਣੀ ਹੈ, ਸਾਨੂੰ ਲੱਗਦਾ ਕਿ ਮਾਰਕੀਟ ਬਹੁਤ ਸਲੋ ਚੱਲ ਗਈ ਹੈ ਔਰ ਜਾ ਰਹੀ ਹੈ। ਅਗਰ ਅੱਜ ਦੀ ਡੇਟ ਜੋ ਰੇਟ ਮਿਲ ਰਿਹਾ $2.25 ਪਰ ਮਾਈਲ, ਅਗਰ ਇਹਦੇ ਉੱਤੇ ਫਿਊਲ ਜਿਹੜਾ ਉਹ $3-4 ਨੂੰ ਆ ਜਾਂਦਾ ਤੇ ਤੁਸੀਂ ਸਮਝ ਲਓ ਕਿ ਤੁਹਾਡਾ 30 ਤੋਂ 40 ਸੈਂਟ ਤੁਹਾਡੇ ਜਦੋਂ ਘਟਣੇ ਆ, ਤੇ ਇੱਕ ਟਰੱਕ ਜਿਹੜਾ ਆ ਕਰੀਬ 12,000 ਦੇ ਕਰੀਬ ਮੀਲ ਪਾਉਂਦਾ ਆ। ਸਿੰਗਲ ਡਰਾਈਵਰ ਜਿਹੜਾ 12 ਤੋਂ 14,000 ਮੀਲ ਪਾਉਂਦਾ ਇੱਕ ਮਹੀਨੇ ਦੀ। ਟੀਮ ਜਿਹੜਾ ਆ ਉਹ 18 ਤੋਂ 20,000 ਪਾਉਂਦੀ ਆ। ਪਰ ਅਗਰ ਅਸੀਂ ਸਿੰਗਲ ਦੀ ਗੱਲ ਕਰੀਏ ਤੇ 14,000 ਨਾਲ ਅਗਰ 30 ਸੈਂਟ ਵੀ ਘਟਦੇ ਆ ਤੇ 14 ਤੇ 42, ਸੋ 4200 ਤੋਂ ਲੈ ਕੇ 5,000 ਦੇ ਕਰੀਬ ਸਾਨੂੰ ਖਰਚਾ ਜਿਹੜਾ ਤੁਹਾਡਾ। ਸੋ 4200 ਤੋਂ 5,000 ਅਗਰ ਤੁਹਾਡੀ ਸੈਲਰੀ 8,000 ਹੈ, ਉਹਦੇ ਉੱਤੇ 5,000 ਤੁਹਾਨੂੰ ਹੋਰ ਹੈ, ਤਾਂ 13,000 ਨਾਲ ਜਿਹੜਾ ਕਿ ਬਹੁਤ ਹੀ ਵਧੀਆ ਕਮਾਈ ਹੈਗੀ ਆ। ਔਰ ਸਿੰਗਲ ਓਨਰ ਆਪਰੇਟਰ ਵਾਸਤੇ ਮੈਂ ਸਮਝਦਾ ਕਿ ਇੱਕ ਬਹੁਤ ਵਧੀਆ। ਦੂਸਰਾ ਜਿਹੜਾ ਕਿ ਹੁਣੀ ਐਮਪੀ ਜੀ ਨੇ ਗੱਲ ਕੀਤੀ ਹੈ, ਚੇਂਜਸ ਆ ਰਹੀਆਂ ਨੇ ਇਕਵਿਪਮੈਂਟ ਦੇ ਵਿੱਚ। ਟ੍ਰੇਲਰਸ ਤਾਂ ਨਹੀਂ ਆ ਰਹੀਆਂ, ਖੈਰ ਟ੍ਰੇਲਰ ਵੱਧ ਤੋਂ ਵੱਧ ਲੱਗ ਜੂ, ਟਰੈਕਟਰ ਲੱਗ ਜਾਏਗਾ, ਅੱਛੇ ਟਰੈਕਟਰ ਲੱਗ ਜਾਣਗੇ, ਬਸ ਇਹੀ ਕੈਮਰੇ ਲੱਗ ਜਾਣਗੇ। ਟ੍ਰੇਲਰ ਵਿੱਚ ਕੋਈ ਖਾਸ ਇਹੀ ਹੋਏਗਾ, ਬਿਲਕੁਲ ਨਹੀਂ। ਲੇਕਿਨ ਟਰੱਕਿੰਗ ਦੇ ਵਿੱਚ ਜਿਹੜੀਆਂ ਉਹਦੀ ਫਿਊਲ ਨੂੰ ਲੈ ਕੇ ਜਿਹੜੀਆਂ ਚੇਂਜਸ ਆ ਰਹੀਆਂ ਨੇ, ਇਹ ਵੀ ਚੱਲ ਰਿਹਾ, ਟੈਸਟਿੰਗ ਚੱਲ ਰਹੀ ਹੈ ਡਰਾਈਵਰਲੈਸ ਟਰੱਕਸ ਦੀ। ਉਸ ਤੋਂ ਬਾਅਦ ਜਿਹੜੇ ਹੈਗੇ ਆ ਟਰੱਕਸ, ਜਿਹੜੇ ਇਲੈਕਟ੍ਰਿਕ ਟਰੱਕਸ ਦੀ ਵੀ ਗੱਲ ਚੱਲ ਰਹੀ ਹੈ ਜੀ। ਔਰ ਉਸ ਤੋਂ ਬਾਅਦ ਗੱਲ ਚੱਲ ਰਹੀ ਹਾਈਡਰੋਜਨ ਫਿਊਲ ਦੀ। ਇਹ ਕਿੱਥੇ ਤੱਕ ਤੁਸੀਂ ਸਮਝਦੇ? ਦੇਖੋ, ਜਿੱਥੇ ਤੱਕ ਸਵਾਲ ਹੈਗਾ ਆ ਸੋਲਰ ਟਰੱਕ ਦਾ ਜਾਂ ਇਲੈਕਟ੍ਰਿਕ ਟਰੱਕ ਦਾ, ਇਹ ਤਾਂ ਮੈਨੂੰ ਲੱਗਦਾ ਦਿਨ ਬਹੁਤੇ ਦੂਰ ਨਹੀਂ ਹੈ। ਕਿਉਂਕਿ ਅਗਰ ਫਿਊਲ ਨਹੀਂ, ਡੀਜ਼ਲ ਜਿਹੜਾ ਉਹ ਨਹੀਂ ਕੰਟਰੋਲ ਹੁੰਦਾ, ਕਿਉਂਕਿ ਜਿਹੜਾ ਡੀਜ਼ਲ ਹੈ ਉਹ ਤੁਹਾਡਾ ਇੰਟਰਨੈਸ਼ਨਲ ਮਾਰਕੀਟ ਨੂੰ ਤੁਹਾਨੂੰ ਬਹੁਤ ਵਿਕਦਾ। ਔਰ ਤੁਸੀਂ ਹਾਲਾਤ ਜੋ ਵਰਲਡ ਦੇ ਇਸ ਲਈ ਹਾਲਾਤ ਬਣ ਰਹੇ ਆ, ਉਹ 'ਚ ਸਾਰਾ ਵੱਡਾ ਕਾਰਨ ਜਿਹੜਾ ਉਹ ਫਿਊਲ ਹੈਗਾ। ਬਟ ਜਦੋਂ ਇਸ ਕਰਕੇ ਜਿਹੜਾ ਸੋਲਰ ਹੈਗਾ ਜਾਂ ਜਿਹੜੇ ਨਾਨ ਕਨਵੈਨਸ਼ਨਲ ਮੈਥਡ ਆਫ ਐਨਰਜੀ ਹੈਗੇ ਆ, ਉਹ ਯੂਜ਼ ਕਰਨੇ ਸਮੇਂ ਦੀ ਮੰਗ ਹੈ ਬਹੁਤ ਜ਼ਿਆਦਾ, ਔਰ ਕਰਨੇ ਵੀ ਪੈਣਗੇ। ਖਾਸ ਕਰਕੇ ਅਮਰੀਕਾ ਵਰਗੇ ਜਿਹੜੇ ਮੁਲਕ ਆ, ਇਹਨਾਂ ਦੀ ਸਾਰੀ ਇਸ ਲਈ ਜਿਹੜਾ ਜ਼ੋਰ ਹੈ ਉਹ ਲੱਗਾ ਹੈ ਕਿ ਅਸੀਂ ਡੀਜ਼ਲ ਤੋਂ ਆਪਣਾ ਪਿੱਛਾ ਚੜਾ ਕੇ, ਫਿਊਲ ਤੋਂ ਪਿੱਛਾ ਚੜਾ ਕੇ ਅਸੀਂ ਇਲੈਕਟ੍ਰਿਕ ਨੂੰ ਜਾਂ ਹੋਰ ਜਿਹੜੇ ਨਾਨ ਕਨਵੈਨਸ਼ਨਲ ਮੈਥਡ ਜਿਹੜੇ ਹੈਗੇ ਉਹਨਾਂ ਵੱਲ ਨੂੰ ਜਾਈਏ। ਔਰ ਕਿਸੇ ਹੱਦ ਤੱਕ ਇਹਨਾਂ ਨੇ ਸਕਸੈਸਫੁਲ ਹੋ ਵੀ ਜਾਣਾ ਹੈ, ਕਿਉਂਕਿ ਉਹਨਾਂ ਦੀ ਮਜਬੂਰੀ ਹੈ ਇਸ ਪਾਸੇ ਜਾਣਾ। ਸੋ ਮੈਨੂੰ ਲੱਗਦਾ ਕਿ ਜਿਹੜਾ ਟਰੱਕ ਹੈਗਾ ਆ, ਨਾਨ ਫਿਊਲ ਤੋਂ ਬਗੈਰ ਜਿਹੜਾ ਟਰੱਕ ਆ, ਆਉਣ ਵਾਲੇ ਅਗਲੇ 5 ਤੋਂ ਲੈ ਕੇ 8 ਸਾਲ ਦੇ ਵਿੱਚ ਤੁਹਾਨੂੰ ਨੋਰਮਲੀ ਰੋਡ ਤੇ ਜਿਹੜੇ ਦਿਸਣਗੇ। ਜਿੱਥੇ ਤੁਹਾਡੇ ਸਵਾਲ ਕੀਤਾ ਡਰਾਈਵਰਲੈਸ ਟਰੱਕਾਂ ਦਾ, ਮੇਰਾ ਆਪਣਾ ਮੰਨਣਾ ਹੈ ਕਿ ਡਰਾਈਵਰਲੈਸ ਟਰੱਕ ਜਿਹੜਾ ਆ ਉਹ ਹਜੇ ਸ਼ਾਇਦ ਸਾਡੀ ਦੂਜੀ ਪੀੜ੍ਹੀ ਨੂੰ ਇਹਦਾ ਖਤਰਾ ਹੋਏਗਾ।
ਸਾਡੀ ਪੀੜ੍ਹੀ ਸ਼ਾਇਦ ਇਹ 'ਚੋਂ ਇਸ ਖਤਰੇ 'ਚੋਂ ਬਾਹਰ ਨਿਕਲ ਜਾਵੇ। ਹਾਂ, ਜਿਵੇਂ ਸਾਡਾ ਡੀਜ਼ਲ ਤੋਂ ਪਰੇ ਹੋਣਾ ਜਾਂ ਨਾਰਮਲ ਜਿਹੜਾ ਫਿਊਲ ਹੈ ਉਹ ਤੋਂ ਪਰੇ ਹੋਣਾ, ਜਿਵੇਂ ਸਮੇਂ ਦੀ ਮੰਗ ਹੈ, ਕਿਸੇ ਹੱਦ ਤੱਕ ਜਿਹੜਾ ਡਰਾਈਵਰ ਦੀ ਇੱਕ ਜਿਹੜੀ ਬਹੁਤ ਵੱਡੀ ਡਿਮਾਂਡ ਆ ਟਰੱਕਿੰਗ ਦੇ ਵਿੱਚ ਔਰ ਪੂਰੀ ਨਹੀਂ ਹੋ ਰਹੀ, ਔਰ ਐਕਸੀਡੈਂਟ ਜਿਹੜੇ ਖਾਸ ਕਰ ਜਿਹੜੇ ਬਿਲੋ ਸਟੈਂਡਰਡ ਡਰਾਈਵਰ ਜਦੋਂ ਹਾਇਰ ਹੁੰਦੇ ਆ ਤੇ ਜਿਹੜਾ ਜਾਨੀ ਔਰ ਮਾਲੀ ਨੁਕਸਾਨ ਹੁੰਦਾ ਹੈ, ਉਹ ਤੋਂ ਬਚਣ ਨੂੰ ਸਾਨੂੰ ਕਿਸੇ ਹੱਦ ਤੱਕ ਡਰਾਈਵਰਲੈਸ ਤੇ ਜਾਣਾ ਹੀ ਪੈਣਾ ਹੈ। ਪਰ ਮੈਂ ਸਮਝਦਾ ਕਿ ਇਹ ਹਜੇ 25-30 ਸਾਲ 20 ਸਾਲ ਤੋਂ ਜ਼ਿਆਦਾ ਸਮਾਂ ਮੈਨੂੰ ਲੱਗਦਾ ਲੱਗ ਜਾਣਾ। ਹਾਂ, ਜੇ ਅੱਜ ਦੀ ਜਿਹੜੀ ਮੈਂ ਗੱਲ ਕਰਾਂ ਤੇ 20 ਸਾਲ ਤੋਂ ਪਹਿਲਾਂ ਸਾਨੂੰ ਤਦ ਤੱਕ ਜਿਹੜੀ ਸਾਡੀ ਇੱਕ ਪੀੜ੍ਹੀ ਜਿਹੜੀ ਆ ਉਹ 'ਚੋਂ ਪਾਰ ਹੋ ਜਾਣੀ ਆ। ਸਾਡੀ ਅਗਲੀ ਪੀੜ੍ਹੀ ਨੂੰ ਇਹਦੇ ਬਾਰੇ ਵੀ ਸੋਚਣ ਦੀ ਲੋੜ ਆ, ਇਹਦੇ ਬਾਰੇ ਸੰਜੀਦਾ ਹੋਣ ਦੀ ਲੋੜ ਆ ਕਿ ਜਦੋਂ ਡਰਾਈਵਰਲੈਸ ਟਰੱਕ ਆਉਂਦੇ ਆ ਤੇ ਫਿਰ ਡਰਾਈਵਰ ਦਾ ਕੀ ਬਣੂਗਾ। ਪਰ ਮੈਨੂੰ ਲੱਗਦਾ ਹਾਲੇ ਇਹ ਭਵਿੱਖ ਜਿਹੜਾ ਆ ਇਹ ਦੂਰ ਦਾ ਭਵਿੱਖ। ਸੋ ਅੱਜ ਜਿਹੜੀ ਚਰਚਾ ਕੀਤੀ ਹੈ ਅਸੀਂ ਰਜਿੰਦਰ ਜੀ ਨਾਲ, ਔਰ ਅਚਾਨਕ MP ਸਿੰਘ ਹੋਣੀ ਵੀ ਆ ਗਏ ਕੈਲਫਰੇਟ ਵਾਲੇ। ਬਹੁਤ ਵਧੀਆ ਚਰਚਾ ਲੱਗੀ ਹੈ ਮੈਨੂੰ, ਔਰ ਮੈਨੂੰ ਲੱਗਦਾ ਕਿ ਜਿਹੜੇ ਟਰੱਕਿੰਗ ਕਾਰੋਬਾਰ ਨਾਲ ਜੁੜੇ ਹੋਏ ਲੋਕ ਨੇ ਉਹ ਜੇ ਇਹਨੂੰ ਸੁਣਨਗੇ ਦੇਖਣਗੇ ਉਹਨਾਂ ਨੂੰ ਵੀ ਕਾਫੀ ਅੱਛੀ ਲੱਗੇਗੀ। ਰਜਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਤੁਸੀਂ ਬਹੁਤ ਅੱਛੀ ਜਾਣਕਾਰੀ ਦਿੱਤੀ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਕਵਿਪਮੈਂਟ ਦੇ ਜਿਹੜੇ ਵਿੱਚ ਸੁਧਾਰ ਆਉਣ ਦੀ ਉਮੀਦ ਹੈਗੀ ਔਰ ਆ ਵੀ ਰਹੇ ਨੇ। ਜਿਹੜਾ ਫਿਊਲ ਸਿਸਟਮ ਹੈ ਉਹਨੂੰ ਵੀ ਚੇਂਜ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਕਿਉਂਕਿ ਲਗਾਤਾਰ ਇਹ ਚੱਲ ਰਿਹਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਜਿਹੜਾ ਜਲਵਾਯੂ ਪਰਿਵਰਤਨ ਤੇ ਜਿਹੜਾ ਪ੍ਰਭਾਵ, ਕਲਾਈਮੇਟ ਚੇਂਜ ਤੇ ਜਿਹੜਾ ਪ੍ਰਭਾਵ ਪੈ ਰਿਹਾ ਉਹ ਪੋਲਿਊਸ਼ਨ ਦੇ ਨਾਲ ਪੈ ਰਿਹਾ, ਕਾਰਬਨ ਜਿਹੜਾ ਹੈਗਾ ਉਹਦੇ ਕਰਕੇ ਪੈ ਰਿਹਾ। ਉਹ ਤੋਂ ਹਟਣ ਲਈ ਇਲੈਕਟ੍ਰਿਸਿਟੀ, ਇਲੈਕਟ੍ਰਿਕ ਟਰੱਕ, ਇਲੈਕਟ੍ਰਿਕ ਵਹੀਕਲ ਤੇ ਆਉਣ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ। ਉਮੀਦ ਹੈ ਕਿ ਬਹੁਤ ਜਲਦੀ ਉਹ ਆਉਗੇ ਤੁਹਾਡੇ ਸਾਹਮਣੇ ਔਰ ਕਾਫੀ ਜਲਦੀ ਜਿਹੜੇ ਟ੍ਰੈਂਡ ਚੇਂਜ ਹੋਣਗੇ। ਗੱਲ ਹੈ ਕਿ ਜਿਹੜਾ ਅੱਜ ਦੀ ਡੇਟ 'ਤੇ ਜੋ ਸਿਚੁਏਸ਼ਨ ਟਰੱਕਿੰਗ ਕਾਰੋਬਾਰ ਦੀ ਚੱਲ ਰਹੀ ਹੈ ਉਹਦੇ ਵੀ ਇਹੀ ਉਮੀਦ ਕੀਤੀ ਜਾ ਸਕਦੀ ਹੈ ਕਿ ਇਕਵਿਪਮੈਂਟ ਦਾ ਪ੍ਰਾਈਸ ਡਾਊਨ ਜਾਏ, ਫਿਊਲ ਪ੍ਰਾਈਸ ਡਾਊਨ ਜਾਣ, ਤਾਂ ਹੀ ਟਰੱਕ ਜਿਹੜੇ ਆ ਉਹ ਸਰਵਾਈਵ ਕਰਨ। ਤੁਹਾਨੂੰ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ, ਤੁਸੀਂ ਆਪਣੇ ਸੁਝਾਅ ਵਿੱਚ ਭੇਜਣਾ, ਸਾਡਾ ਪਤਾ ਹੈ feedback@ptcnet.com। ਅਗਲੇ ਹਫਤੇ ਇੱਕ ਨਵੇਂ ਮੁੱਦੇ ਦੇ ਨਾਲ, ਨਵੇਂ ਵਿਸ਼ੇ ਦੇ ਨਾਲ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।